प्यारे किसान वीरों ते भैणों, खेती दर्शन और खेती का विकास ये दोवें चीज़ां दा बड़ा गूढ़ा रिश्ता है। ਜਦੋਂ ਅਸੀਂ ਕਿਸੇ ਇਲਾਕੇ ਦੀ ਖੇਤੀ ਨੂੰ ਤੁਹਾਡੇ ਇਸ ਮਾਧਿਅਮ ਜ਼ਰੀਏ ਤੁਹਾਨੂੰ ਦਿਖਾਉਂਦੇ ਹਾਂ ਤੇ ਸਾਡਾ ਮਕਸਦ ਹੁੰਦਾ ਹੈ ਕਿ ਤੁਹਾਡੀ ਖੇਤੀ ਦਾ ਵਿਕਾਸ ਹੋਵੇ। ਤੇ ਅੱਜ ਅਸੀਂ ਲਾਏ ਹਾਂ ਪਿੰਡ ਸਿੰਘਾਂ, ਬਲਾਕ ਜਲੰਧਰ ਪੂਰਬੀ, ਜ਼ਿਲ੍ਹਾ ਜਲੰਧਰ। ਇਸ ਇਲਾਕੇ ਦੀ ਖੇਤੀ ਦੇ ਦਰਸ਼ਨ ਤੁਹਾਨੂੰ ਕਰਾਵਾਂਗੇ, ਇਲਾਕੇ ਦੇ ਕਿਸਾਨਾਂ ਨਾਲ ਤੁਹਾਨੂੰ ਮਿਲਾਵਾਂਗੇ ਤੇ ਮਹਿਕਮਾ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਅਧਿਕਾਰੀ ਵੀ ਇੱਥੇ ਮੌਜੂਦ ਨੇ। ਖੇਤੀ ਦਾ ਕੀ ਤਾਣਾ ਬਾਣਾ ਇਸ ਇਲਾਕੇ ਚੱਲਣ ਡਿਆ ਔਰ ਕਿਹੜੀਆਂ ਸਿਫਾਰਸ਼ਾਂ ਨੇ ਜਿਹੜੀਆਂ ਕਿ ਅੱਜ ਕੱਲ੍ਹ ਜਿਨ੍ਹਾਂ ਨੂੰ ਅਮਲੀ ਰੂਪ ਪਹਿਨਾਉਣ ਦੀ ਜ਼ਰੂਰਤ ਹੈਗੀ ਏ, ਇਹਦੇ ਬਾਰੇ ਵਿਚਾਰ ਚਰਚਾ ਹੋਏਗੀ। ਅੱਜ ਇਸ ਕਿਸਾਨ ਮਿਲਣੀ ਦੇ ਵਿੱਚ ਨਾਲ ਸਾਡੇ ਮੌਜੂਦ ਨੇ ਜ਼ਿਲ੍ਹਾ ਜਲੰਧਰ ਦੇ ਮੁੱਖ ਖੇਤੀਬਾੜੀ ਅਫਸਰ ਡਾਕਟਰ ਸੁਰਿੰਦਰ ਸਿੰਘ, ਜ਼ਿਲ੍ਹਾ ਕਿਸਾਨ ਸਖਾਈ ਅਫਸਰ ਡਾਕਟਰ ਸੁਰਿੰਦਰ ਕੁਮਾਰ ਜੀ ਤੇ ਖੇਤੀਬਾੜੀ ਵਿਕਾਸ ਅਫਸਰ ਡਾਕਟਰ ਮਨਦੀਪ ਸਿੰਘ ਜੀ। ਇਹਦੇ ਨਾਲ ਇਲਾਕੇ ਦੇ ਕਿਸਾਨ ਵੀ ਨੇ। ਤੇ ਆਓ ਆਪਾਂ ਪਹਿਲਾਂ ਚੱਲਦੇ ਹਾਂ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫਸਰ ਕੋਲ ਕਿ ਇਸ ਇਲਾਕੇ ਦੀ ਜੇ ਜ਼ਿਲ੍ਹੇ ਦੀ ਗੱਲ ਕਰੀਏ, ਜ਼ਿਲ੍ਹੇ ਦੀ ਖੇਤੀ ਦਾ ਕੀ ਰੰਗ ਰੂਪ ਹੈ, ਕੀ ਖੇਤੀ ਦਰਸ਼ਨ ਹੈ, ਤਾਂ ਕਿ ਉੱਥੋਂ ਅਸੀਂ ਜਾਇਜ਼ਾ ਲੈ ਕੇ ਫਿਰ ਇਸ ਪਿੰਡ ਬਾਰੇ ਵੀ ਆਪਾਂ ਗੱਲਾਂ ਕਰਾਂਗੇ। ਡਾਕਟਰ ਸੁਰਿੰਦਰ ਸਿੰਘ, ਜ਼ਿਲ੍ਹਾ ਜਲੰਧਰ ਦੇ ਮੁੱਖ ਖੇਤੀਬਾੜੀ ਅਫਸਰ। ਅੱਜ ਅਸੀਂ ਪਿੰਡ ਸਿੰਘਾਂ ਵਿਖੇ ਆਏ ਹਾਂ ਔਰ ਇਸ ਬੜੀ ਖੁਸ਼ੀ ਹੋਈ ਹੈ ਮੈਨੂੰ। ਇਸ ਪਿੰਡ ਦੇ ਵਿੱਚ ਕਿਸਾਨ ਵੀਰਾਂ ਨੇ ਆਪਣੀ ਬਿਲਕੁਲ ਹੀ ਆਪਣੇ ਜਿਹੜੀ ਪਰਾਲੀ ਨੂੰ ਅੱਗ ਨਹੀਂ ਲਗਾਈ ਔਰ ਅੱਜ ਅਸੀਂ ਬਕਾਇਦਾ ਇੱਥੇ ਜੋ ਖੇਤੀ ਸੁਨੇਹੇ ਨੇ ਸਾਡੇ ਖੇਤੀਬਾੜੀ ਵਿਭਾਗ ਵੱਲੋਂ ਮੌਜੂਦਾ ਸਮੇਂ 'ਚ ਜੋ ਜਿਸ ਤਰ੍ਹਾਂ ਕਿਉਂਕਿ ਕਣਕ ਦੀ ਫਸਲ ਵੀ ਹੈ, ਫਿਰ ਆਉਣ ਵਾਲੇ ਸਮੇਂ 'ਚ ਅਸੀਂ ਗਰਮਰੋਦੀ ਮੂੰਗੀ ਦੀ ਬਿਜਾਈ ਵੀ ਕਰਨੀ ਹੈ ਔਰ ਇਸੇ ਤਰ੍ਹਾਂ ਹੀ ਗਾਂ ਅੱਗੋਂ ਜਿਹੜੇ ਖੇਤੀ ਸੁਨੇਹੇ ਨੇ ਉਹ ਵੀ ਅਸੀਂ ਦੇਣੇ ਨੇ ਵੀ ਕਿਹੜੇ ਟਾਈਮ ਟੂ ਟਾਈਮ ਜਿਹੜੇ ਸਮੇਂ 'ਤੇ ਸਮੇਂ ਜਿਹੜੀਆਂ ਸਾਡੇ ਤੁਸੀਂ ਬਿਜਾਈ ਕਰਨੀ ਔਰ ਆਪਣੀ ਫਸਲ ਦਾ ਧਿਆਨ ਰੱਖਣਾ। ਔਰ ਅੱਜ ਅਸੀਂ ਇਸ ਖਾਸ ਤੌਰ 'ਤੇ ਇਸ ਪਿੰਡ ਸਿੰਘਾਂ ਵਿੱਚ ਆਏ ਹਾਂ ਔਰ ਨਾਲ ਹੀ ਨਾਲ ਮੈਂ ਇਹ ਵੀ ਦੱਸਣਾ ਚਾਹਾਂਗਾ ਕਿ ਸਾਡੇ ਜ਼ਿਲ੍ਹੇ ਦੇ ਵਿੱਚ ਹਰ ਬਲਾਕ ਦੇ ਵਿੱਚ ਇੱਕ ਫਾਰਮ ਸਕੂਲ ਅਸੀਂ ਲਗਾਇਆ ਜਾ ਰਿਹਾ ਔਰ ਫਾਰਮ ਸਕੂਲ ਦੇ ਵਿੱਚ ਵੀ ਜਿਹੜੀ ਹੈ ਅਸੀਂ ਕਿਸਾਨਾਂ ਨੂੰ ਜਿਹੜੀ ਆਪਣੀ ਜੋ ਖੇਤਾਂ ਦੇ ਵਿੱਚ ਜਾ ਕੇ ਅਸੀਂ ਇਹ ਸਕੂਲ ਲਗਾ ਕੇ ਇਹਨਾਂ ਆਪਣੀ ਫਸਲ ਦੇ ਬਾਰੇ ਜਿਹੜਾ ਉਹਨਾਂ ਦੀ ਚਾਨਣਾ ਪਾਉਂਦੇ ਹਾਂ ਔਰ ਨਾਲ ਦੀ ਨਾਲ ਉਹਨਾਂ ਨੂੰ ਦੱਸਦੇ ਹਾਂ ਜੋ ਵੀ ਕੀੜਾ ਮਕੌੜਾ ਜਾਂ ਕੋਈ ਹੈਗਾ ਉਹਦੇ ਵਿੱਚ ਵੀ ਘੱਟ ਤੋਂ ਘੱਟ ਜ਼ਹਿਰਾਂ ਜਿਹੜੀਆਂ ਇਸਤੇਮਾਲ ਕਰਨ ਤੋਂ ਬਾਅਦ ਜਿਹੜੀ ਇਹ ਫਸਲ ਨੂੰ ਕਿਵੇਂ ਲੈਣੀ ਹੈ। ਔਰ ਸਾਡਾ ਮੇਨ ਜਿਹੜਾ ਮੋਟਿਵ ਹੈ ਖੇਤੀ ਖਰਚੇ ਘਟਾਉਂਦੇ ਹੋਏ ਕਿਸਾਨਾਂ ਨੂੰ ਇਸ ਬਾਰੇ ਪੱਖੋਂ ਅਸੀਂ ਜਾਗਰੂਕ ਕਰਾਂਗੇ ਔਰ ਨਾਲ ਦੇ ਨਾਲ ਅਸੀਂ ਜਿਹੜੀ ਹੈ ਸਾਡੀ ਇਹ ਜਿਹੜੀ ਖੇਤੀ ਦੀ ਉਪਜ ਹੈ ਉਹ ਅਸੀਂ ਮਿਆਰੀ ਉਪਜ ਵੱਲ ਦੇ ਜਿਹੜਾ ਪੈਦਾ ਕਰਨ ਵੱਲ ਅਸੀਂ ਧਿਆਨ ਦੇ ਰਹੇ। ਕਿਹੜੀਆਂ ਮੁੱਖ ਫਸਲਾਂ ਤੁਹਾਡੇ ਜ਼ਿਲ੍ਹੇ ਦੇ ਵਿੱਚ ਚੀਫ ਸਾਹਿਬ ਕਾਸ਼ਤ ਅਧੀਨ ਹੈਗੀਆਂ? ਦੇਖੋ, ਜਿਹੜੀ ਖਾਸ ਤੌਰ 'ਤੇ ਜਿਹੜੀਆਂ ਇਸ ਤਰ੍ਹਾਂ ਕਣਕ ਹੈਗੀ ਹੈ ਸਾਡੀ ਮੁੱਖ ਫਸਲ ਹੈਗੀ ਹੈ, ਉਹ ਲਗਭਗ ਕੋਈ 1,73,000 ਹੈਕਟੇਅਰ ਜਿਹੜੀ ਉਹ ਜ਼ਿਲ੍ਹੇ ਦੇ ਵਿੱਚ ਕਾਸ਼ਤ ਕੀਤੀ ਗਈ ਹੈ। ਇਸੇ ਤਰ੍ਹਾਂ ਹੀ ਆਪਾਂ ਕੋਈ ਸਰੋਂ ਦੀ ਲਾ ਲਈਏ ਤਾਂ ਤਕਰੀਬਨ 1,000 ਹੈਕਟੇਅਰ ਸਾਡਾ ਰਕਬਾ ਜਿਹੜਾ ਉਹ ਬੀਜਿਆ ਗਿਆ। ਇਸ ਤੋਂ ਇਲਾਵਾ ਕੁਛ ਸਾਡੇ ਸਬਜ਼ੀਆਂ ਨੇ, ਕੁਛ ਆਲੂ ਵਗੈਰਾ ਜਿਹੜਾ ਉਹ ਵੀ ਸਾਡੇ ਜਿਹੜਾ ਜ਼ਿਲ੍ਹੇ ਦੇ ਵਿੱਚ ਉਹ ਜਿਸ ਤਰ੍ਹਾਂ ਆਪਾਂ ਲਾ ਲਈਏ ਬਲਾਕ ਈਸਟ ਬਲਾਕ ਜਾਂ ਪੂਰਬੀ ਪੱਛਮੀ ਬਲਾਕ ਹੈ, ਕੁਛ ਸਮਾਂ ਜਿਹੜਾ ਲਾਗੋ ਲਾਗੇ ਜਿਹੜੇ ਬਲਾਕ ਨੇ ਨਕੋਦਰ, ਇੱਥੇ ਜਿਹੜੇ ਆਲੂਆਂ ਦੀ ਖੇਤੀ ਜਿਹੜੀ ਕੀਤੀ ਜਾਂਦੀ ਹੈ ਜੀ। ਸੋ ਕੁੱਲ ਮਿਲਾ ਕੇ ਜੇ ਗੱਲ ਕਰੀਏ ਤੇ ਇਸ ਰੁੱਤ ਦੇ ਵਿੱਚ ਜੇ ਅਸੀਂ ਕਣਕ ਸਾਡੀ ਇਸ ਜ਼ਿਲ੍ਹੇ ਦੀ ਮੁੱਖ ਫਸਲ ਦੱਸੀ ਗਈ ਹੈ। ਹੁਣ ਇਸ ਇਲਾਕੇ ਦੇ ਬੜੇ ਅਗਾਂਹ ਵਧੂ ਕਾਸ਼ਤਕਾਰ ਨੇ ਸਰਦਾਰ ਮਲੂਕ ਸਿੰਘ ਜੀ। ਮਲੂਕ ਸਿੰਘ ਜੀ, ਤੁਸੀਂ ਇਸ ਪਿੰਡ ਦੇ ਵਸਨੀਕ ਔਰ ਮੈਂ ਸਮਝਦਾ ਕਿ ਤੁਹਾਡੇ ਇਹਨਾਂ ਖੇਤਾਂ ਦੇ ਵਿੱਚ ਹੀ ਆਪਾਂ ਅੱਜ ਆਏ ਹਾਂ ਤੇ ਬੜੀਆਂ ਰੌਣਕਾਂ ਤੁਹਾਡੀਆਂ ਲੱਗੀਆਂ। ਪਿੱਛੇ ਵੀ ਸਬਜ਼ੀਆਂ ਦੀ ਕਾਸ਼ਤ ਕੀਤੀ ਹੈ, ਨਾਲ ਤੁਸੀਂ ਕਣਕ ਦੀ ਖੇਤੀ ਵੀ ਕਰਦੇ ਹੋ। ਕਿੰਨਾ ਤੁਹਾਡਾ ਖੇਤੀ ਦਾ ਕੀ ਤੁਹਾਡਾ ਕਿੰਨਾ ਕੁ ਰਕਬਾ ਹੈ ਔਰ ਕਿਹੜੀ ਫਸਲਾਂ ਦੀ ਕਾਸ਼ਤ ਕਰਦੇ ਹੋ? ਰਾਜ ਸਾਹਿਬ, ਅਸੀਂ ਸਾਰਿਆਂ ਤੋਂ ਮੇਨ ਫਸਲ ਤਾਂ ਸਾਡੀ ਕਣਕ ਤੇ ਆਲੂ ਦੀ ਹੈ ਜੀ ਸਾਡੇ ਪਿੰਡ ਦੀ। ਇਸ ਵੇਲੇ ਕਣਕ ਸਾਡੀ ਜਿਹੜੀ ਉਹ ਤਿਆਰ ਹੈ, ਨਿਸਣ ਤੇ ਆਈ ਹੈ, ਬਹੁਤ ਵਧੀਆ ਕਣਕ ਹੈ। ਇੱਕ ਮੈਂ ਸਭ ਤੋਂ ਪਹਿਲਾਂ ਮਹਿਕਮੇ ਨੂੰ, ਕਿਉਂਕਿ ਅਸੀਂ ਇਹਨਾਂ ਦੀ ਐਡਵਾਈਸ ਤੇ ਆਪਣੇ ਪਿੰਡ ਦੇ ਸਹਿਯੋਗ ਨਾਲ ਇੱਕ ਬਹੁਤ ਵੱਡਾ ਸਹੁੰ ਖਾਧੀ, ਅਹਿਦਨਾਮਾ ਕੀਤਾ ਵੀ ਅਸੀਂ ਪਰਾਲੀ ਨੂੰ ਅੱਗ ਨਹੀਂ ਲਾਉਣੀ, ਜੋ ਕਿ ਅਸੀਂ 2 ਸਾਲ ਤੋਂ ਬਿਲਕੁਲ ਪਰਾਲੀ ਨੂੰ ਅੱਗ ਨਾ ਲਾ ਕੇ ਉਹ 'ਚ ਕਣਕ ਬੀਜੀ ਹੈ ਔਰ ਬਹੁਤ ਹੀ ਵਧੀਆ ਕਰੋਪ ਹੈ, ਬਹੁਤ ਵਧੀਆ ਫਸਲ ਹੈ ਸਾਡੀ ਆਲੂ ਦੀ ਵੀ ਤੇ ਕਣਕ ਦੀ ਵੀ। ਅੱਛਾ, ਇਹ 2 ਸਾਲ ਤੋਂ ਪਹਿਲਾਂ ਤੁਸੀਂ ਫੁਰਨਾ ਤੁਹਾਨੂੰ ਫੁਰਿਆ, ਇਹ ਕਿਉਂ ਫੁਰਿਆ? ਕੋਈ ਤੁਹਾਨੂੰ ਮਹਿਕਮੇ ਨੇ ਵੀ ਗਾਈਡ ਕੀਤਾ ਜਾਂ ਤੁਹਾਡੇ ਮਨ 'ਚ ਕੋਈ ਵੈਸੇ ਗੱਲ ਆਈ? ਸਾਹਿਬ, ਸਭ ਤੋਂ ਪਹਿਲਾਂ ਤਾਂ ਮੇਰੇ ਨਾਲ ਹੈਪਨ ਹੋਇਆ ਜੀ, ਇਸ ਅੱਗ ਲਾਉਣ ਤੋਂ ਹੈਪਨ ਹੋਇਆ। ਮੇਰੇ ਇੱਕ ਦੋਸਤ ਸੱਜਣ ਮਿੱਤਰ ਨੇ ਅੱਗ ਲਾਈ ਸੀ ਅਤੇ ਮੈਂ ਆਪਣੇ ਪਿੰਡ ਤੋਂ ਕੰਗ ਸਾਬੂ ਨੂੰ ਜਾ ਰਿਹਾ ਸੀ। ਉੱਥੇ ਧੂੰਆਂ 3 ਖੇਤ ਦੇ ਵਿੱਚ ਧੂੰਆਂ ਫੈਲਿਆ ਸੀ। ਮੈਂ ਧੂੰਏ ਦੇ ਵਿੱਚ ਹੀ ਨਿਕਲ ਗਿਆ ਔਰ ਧੂੰਏ ਨੇ ਮੇਰਾ ਉਹ ਹਾਲ ਕਰਤਾ ਵੀ ਉਸ ਟਾਈਮ ਮੈਨੂੰ ਇਹ ਲੱਗ ਰਿਹਾ ਸੀ ਵੀ ਮੈਨੂੰ ਅਗਲਾ ਸਾਹ ਨਹੀਂ ਆਏਗਾ। ਤਾਂ ਉਸ ਟਾਈਮ 'ਤੇ ਮੈਂ ਇਕੱਲਾ ਸੀ, ਮੈਂ ਇਕੱਲੇ ਨੇ ਸਹੁੰ ਪਾਈ। ਉਸ ਤੋਂ ਬਾਅਦ ਡਾਕਟਰ ਸਾਹਿਬ ਨੇ ਸਾਨੂੰ ਗਾਈਡ ਵੀ ਕੀਤਾ। ਅਸੀਂ ਪਿੰਡ 'ਚ ਆਪਣੇ ਤੌਰ 'ਤੇ ਵੀ ਸਾਰਿਆਂ ਨੂੰ ਸਮਝਾ ਕੇ ਗਾਈਡ ਕਰਕੇ ਵੀ ਇਹਨੂੰ ਅੱਗ ਲਾਉਣਾ ਮਹਾ ਪਾਪ ਹੈ,
ਜਿਹੜਾ ਅਸੀਂ ਆਪਣੇ ਬੱਚਿਆਂ ਲਈ, ਆਪਣੀ ਸਿਹਤ ਲਈ, ਆਪਣੇ ਆਉਣ ਵਾਲੇ ਜਨਰੇਸ਼ਨ ਲਈ ਪਾਪ ਕਰ ਰਹੇ ਹਾਂ ਅਸੀਂ। ਸਭ ਤੋਂ ਵੱਡੀ ਗੱਲ ਤਾਂ ਇਹ ਹੈ, ਪਰ ਅਸੀਂ ਉਹਦੇ ਨਾਲ ਬੈਨੀਫਿਟ ਫਾਇਦਾ ਵੀ ਸਾਨੂੰ ਇਹ ਹੋਇਆ ਵੀ ਉਸੇ ਹੀ ਪਰਾਲ ਨੇ ਸਾਡੀ ਕਣਕ ਨੂੰ ਸਾਨੂੰ ਖਾਦ ਘੱਟ ਪਾਉਣ ਲਈ ਕਰ ਦਿੱਤਾ ਵੀ ਤੁਸੀਂ ਖਾਦ ਵੀ ਘੱਟ ਪਾਓ। ਫਸਲ ਬਹੁਤ ਵਧੀਆ A1 ਤੁਹਾਨੂੰ ਫਸਲ ਹੈ ਜਿਹੜੀ ਕਣਕ ਦੀ, ਨਾ ਅੱਗ ਲਾਉਣ ਕਰਕੇ। ਜੇ ਅਸੀਂ ਅੱਗ ਲਾਉਂਦੇ ਸੀ ਉਹਦੇ ਸਾਡਾ ਨੁਕਸਾਨ ਹੁੰਦਾ ਸੀ, ਸਾਡੀ ਸਿਹਤ ਦਾ ਵੀ ਹੁੰਦਾ ਸੀ, ਸਾਡੀ ਪਰਿਵਾਰਾਂ ਦਾ ਵੀ ਹੁੰਦਾ ਸੀ, ਸਾਡੀ ਜ਼ਮੀਨ ਦਾ ਵੀ ਹੁੰਦਾ ਸੀ, ਉਹ ਵੀ ਸਾਡੀ ਧਰਤੀ ਸੋ ਬੜੀ ਵਧੀਆ ਗੱਲ ਹੈ। ਦੇਖੋ ਇਹ ਸੋਚ ਜਿਹੜੀ ਏ ਉਹ ਕਿਉਂ ਆਈ, ਉਹਦਾ ਕਾਰਨ ਉਸਦਾ ਮਲੂਕ ਸਿੰਘ ਨੇ ਦੱਸਿਆ, ਔਰ ਮੈਂ ਸਮਝਦਾ ਕਿ ਅਸੀਂ ਸਾਰੇ ਹੀ ਇਹੋ ਜਿਹੀਆਂ ਸਮੱਸਿਆਵਾਂ 'ਚੋਂ ਨਿਕਲਦੇ ਹਾਂ। ਜਦੋਂ ਅੱਗ ਲੱਗਦੀ ਹੈ ਤੇ ਪਿੰਡਾਂ ਦਾ ਧੂੰਆਂ ਔਰ ਸਾਡੇ ਆਲੇ ਦੁਆਲੇ ਬਹੁਤ ਜ਼ਿਆਦਾ ਸਮੱਸਿਆਵਾਂ ਆਉਂਦੀਆਂ, ਔਰ ਜਦੋਂ ਕਣਕਾਂ ਲੂਹੀਆਂ ਜਾਂਦੀਆਂ ਨਾਲ ਦਰਖਤ ਵੀ ਜਿਹੜੇ ਕਿੰਨੇ ਪੰਛੀਆਂ ਦਾ ਰਹਿਣ ਬਸੇਰਾ ਜਿਹੜਾ ਉਹ ਵੀ ਆਪਾਂ ਵਿਗਾੜ ਦਿੰਦੇ ਹਾਂ। ਮਲੂਕ ਸਿੰਘ ਜੀ, ਹੁਣ ਸਾਡੇ ਕਿਸਾਨ ਵੀਰ ਇਹ ਵੀ ਜਾਣਨਾ ਚਾਹਣਗੇ ਕਿ ਤੁਸੀਂ ਕਿੱਦਾਂ ਦੇ ਉਪਰਾਲੇ, ਕਿਵੇਂ ਤੁਸੀਂ ਦੇਖੋ ਕਣਕ ਤੁਸੀਂ ਬੀਜੀ, ਪਰਾਲ ਨੂੰ ਜ਼ਮੀਨ 'ਚ ਵਾਹ ਕੇ, ਆਲੂ ਬੀਜੇ, ਪਰਾਲ ਨੂੰ ਜ਼ਮੀਨ 'ਚ ਵਾਹ ਕੇ, ਤਕਰੀਕਾ ਕੀ ਅਪਣਾਇਆ? ਅਸੀਂ ਜੀ ਪਹਿਲੋਂ 2 ਤਜਰਬੇ ਕੀਤੇ ਆ। ਇੱਕ ਤਾਂ ਅਸੀਂ ਵੈਸੇ ਜਿਹੜਾ ਪਰਾਲ ਸੀ ਉਹਦੇ ਵਿੱਚ ਦੀ ਡਿਕਸਾਂ ਲਗਾ ਕੇ ਫਿਰ ਉਹਨੂੰ ਰੋਟਾਵੇਟਰ ਨਾਲ ਕਲਟੀਵੇਟ, ਅਤੇ ਦੂਸਰੇ ਨੰਬਰ 'ਤੇ ਅਸੀਂ ਇਹਨੂੰ ਪਾਣੀ ਛੱਡ ਕੇ, ਜਿੱਦਾਂ ਅਸੀਂ ਝੋਨੇ ਦਾ ਕੱਦੂ ਕਰਦੇ ਹਾਂ ਉਹਨੂੰ ਕੱਦੂ ਕਰਦਾ, ਹਫ਼ਤੇ ਬਾਅਦ ਉਹਨੂੰ ਡਿਕਸਾਂ ਨਾਲ ਵਾਹ ਕੇ 2 ਦਿਨ ਉਹਨੂੰ ਸੁੱਕਣ ਦਿੱਤਾ, ਤੀਸਰੇ ਦਿਨ ਉਹ 'ਚ ਛੱਟਾ ਦੇ ਕੇ ਕਣਕ ਬੀਜਤੀ ਹੈ। ਔਰ ਸਾਡੀ ਉਹੜੀ ਸਾਡਾ ਜਿਹੜਾ ਤਜਰਬਾ ਆ ਕੱਦੂ ਕਰਕੇ ਬੀਜਣ ਵਾਲਾ, ਸਾਡੇ ਕੋਲ ਕੋਈ ਹੋਰ ਹੱਲ ਹੈ ਨਹੀਂ ਸੀ, ਅਸੀਂ ਉਹ ਬਹੁਤ ਵਧੀਆ ਸਾਡਾ ਹੱਲ ਹੋਇਆ। ਉਹ ਗਲ ਗਈ ਪਰਾਲੀ ਵਿੱਚ 1 ਹਫ਼ਤੇ ਵਿੱਚ ਸਾਰੀ ਪਰਾਲੀ ਗਲ ਗਈ ਜੀ। ਤਾਂ ਉਹ 1 ਹਫ਼ਤੇ 'ਚ ਅਸੀਂ ਕਣਕ ਤੇ ਆਲੂ ਵੀ ਤੁਸੀਂ ਬੀਜਦੇ ਹੋ? ਆਲੂ ਵੀ ਬੀਜਦੇ ਹਾਂ ਜੀ। ਆਲੂ ਵੀ ਉਹ ਅਸੀਂ ਵਾਹ ਲਿਆ ਸੀ ਇੱਕ ਵਾਰੀ ਉਹਨੂੰ ਪਲਾਓ ਦੇ ਨਾਲ, ਉਹ ਪਰਾਲੀ ਦੱਬਤੀ, ਉਦੋਂ ਬਾਅਦ 5-6 ਦਿਨ ਬਾਅਦ ਬੀਜ ਦਿੱਤੇ ਆ। ਸੋ ਜਦੋਂ ਅਸੀਂ ਕੋਈ ਐਸੀ ਸੋਚ ਨੂੰ ਸਾਂਝੇ ਰੂਪ 'ਚ ਅਪਣਾਉਂਦੇ ਹਾਂ ਤੇ ਫਿਰ ਨਜ਼ਰ ਹਰਿਆਵਲ ਆਪਣੇ ਪਿੰਡਾਂ 'ਚ ਆਉਂਦੀ ਏ। ਇਸੇ ਕਰਕੇ ਇਸ ਪਿੰਡ ਦੇ ਜਿਹੜੇ ਖੇਤੀ ਦਰਸ਼ਨ ਤੁਹਾਨੂੰ ਕਰਾਉਂਦੇ ਆ, ਇਹ ਆਪਾਂ ਦੇਖਾਂਗੇ ਕਿ ਬਹੁਤ ਵਧੀਆ ਫਸਲਾਂ ਲਹਿਲਾ ਰਹੀਆਂ, ਔਰ ਪਿੰਡਾਂ ਦੇ ਕਿਸਾਨਾਂ ਹੋਰ ਨਾਲ ਵੀ ਗੱਲ ਕਰਾਂਗੇ ਵੀ ਕਿੰਨਾ ਕੁ ਫਾਇਦਾ ਹੋਇਆ, ਬਾਕੀ ਖਰਚਿਆਂ ਦਾ ਵੀ, ਔਰ ਇਹਦੇ ਬਾਰੇ ਵੀ ਗੱਲ ਕਰਾਂਗੇ। ਡਾਕਟਰ ਸੁਰਿੰਦਰ ਕੁਮਾਰ ਜੀ, ਤੁਸੀਂ ਜ਼ਿਲ੍ਹਾ ਕਿਸਾਨ ਸਿਖਲਾਈ ਅਫਸਰ ਹੋ ਤੇ ਤੁਹਾਡੇ 'ਤੇ ਜ਼ਿੰਮੇਵਾਰੀ ਏ ਸਿਖਲਾਈ ਦੀ। ਤੇ ਦੇਖੋ ਅਜਿਹੇ ਕਿਸਾਨ ਜਿਹੜੇ ਵਧੀਆ ਕੰਮ ਕਰਨ ਦੇ ਨੇ, ਜਾਂ ਅਜਿਹੀਆਂ ਤਕਨੀਕਾਂ ਜਿਹੜੀਆਂ ਯੂਨੀਵਰਸਿਟੀ ਦਿੰਦੀ ਏ, ਇਹਦੇ ਬਾਰੇ ਕਿੱਦਾਂ ਤੁਸੀਂ ਉਹਨਾਂ ਦਾ ਪ੍ਰਸਾਰ ਕਰਦੇ ਹੋ, ਆਪਣੇ ਜ਼ਿਲ੍ਹੇ 'ਚ ਕਿਵੇਂ ਕਰ ਰਹੇ ਹੋ, ਔਰ ਕਿੱਦਾਂ ਦਾ ਹੋਣਾ ਚਾਹੀਦਾ? ਜ਼ਿਲ੍ਹਾ ਸਿਖਲਾਈ ਅਫਸਰ ਦੇ ਦਫ਼ਤਰ ਵੱਲੋਂ ਸਮੇਂ-ਸਮੇਂ 'ਤੇ ਪਿੰਡ ਪੱਧਰ ਦੇ, ਬਲਾਕ ਪੱਧਰ ਦੇ ਤੇ ਫਿਰ ਜ਼ਿਲ੍ਹਾ ਪੱਧਰ ਦੇ ਕੈਂਪ ਜਿਹੜੇ ਹੈਗੇ ਆ ਉਹਨਾਂ ਦਾ ਪ੍ਰਬੰਧ ਕੀਤਾ ਜਾਂਦਾ ਹੈ। ਫੀਲਡ ਡੇ ਲਾਏ ਜਾਂਦੇ ਹੈਗੇ ਆ ਤਾਂ ਕਿ ਫਸਲਾਂ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਵੀ ਕੀੜੇ ਮਕੌੜੇ ਦਾ, ਬਿਮਾਰੀ ਦਾ, ਕੋਈ ਵੀ ਸਾਡੇ ਕੋਲ ਨਵੀਂ ਤਕਨੀਕ ਹੈਗੀ ਹੈ ਉਹ ਅਸੀਂ ਫਾਰਮਰ ਤੱਕ ਜਲਦੀ ਤੋਂ ਜਲਦੀ ਪਹੁੰਚਾ ਸਕੀਏ। ਇਹ ਸਾਡਾ ਮੇਨ ਉਪਰਾਲਾ ਰਹਿੰਦਾ ਹੈਗਾ, ਇਸ ਲਈ ਅਸੀਂ ਸਮੇਂ-ਸਮੇਂ 'ਤੇ ਕੋਸ਼ਿਸ਼ ਕਰਦੇ ਰਹੀਦਾ ਹੈਗਾ ਜੀ। ਅੱਛਾ, ਮੈਂ ਦੇਖੋ ਇਹ ਗੱਲ ਸੋਚ ਰਿਹਾ ਸੀ ਕਿ ਮੁੱਖ ਮੁੱਦੇ ਜਿਹੜੇ ਨੇ ਉਹ ਇਸ ਵਕਤ ਇਹੋ ਹੀ ਨੇ ਕਿ ਆਪਾਂ ਕਣਕ ਨੂੰ ਬਚਾਉਣਾ, ਕਣਕ ਤੋਂ ਚੰਗਾ ਝਾੜ ਲੈਣਾ, ਅਤੇ ਜਸਜੀਤ ਸਾਹਿਬ ਨੇ ਕਿਹਾ ਕਿ ਘੱਟ ਖਰਚਿਆਂ ਰਾਹੀਂ ਆਪਾਂ ਆਮਦਨ ਹਾਸਲ ਕਰਨੀ ਹੈ। ਅਤੇ ਅਜਿਹੀਆਂ ਕਿਸਾਨਾਂ ਨੇ ਜਿਨ੍ਹਾਂ ਨੇ ਪਰਾਲ ਨੂੰ ਜ਼ਮੀਨ 'ਚ ਵਾਹ ਕੇ ਕਣਕ ਦੀ ਕਾਸ਼ ਕੀਤੀ ਹੈ ਜਾਂ ਆਲੂਆਂ ਦੀ ਕਾਸ਼ ਕੀਤੀ ਹੈ, ਉਹਨਾਂ ਦੀ ਵੀ ਸੋਚ ਨੂੰ ਦੂਜੇ ਕਿਸਾਨਾਂ ਤੱਕ ਲੈ ਕੇ ਜਾਣਾ। ਇਸ ਬਾਰੇ ਕਿੱਦਾਂ ਦੇ ਤੁਸੀਂ ਸੋਚ, ਦੇਖੋ ਕਿਹੜੇ ਨੁਕਤੇ ਤੁਸੀਂ ਸਾਡੇ ਇਸ ਮਾਧਿਅਮ ਰਾਹੀਂ ਕਿਸਾਨਾਂ ਨੂੰ ਦੱਸਣਾ ਚਾਹੋਗੇ ਤਾਂ ਕਿ ਕਿਸਾਨ ਖਰਚੇ ਵੀ ਘਟਾਉਣ ਅਤੇ ਨਾਲ ਦੇ ਨਾਲ ਅਜਿਹੀ ਸੋਚ ਨੂੰ ਵੀ ਸ਼ਿੰਗਾਰਨ ਜਿਨ੍ਹਾਂ ਦੇ ਜ਼ਰੀਏ ਆਪਾਂ ਆਪਣੇ ਖਰਚੇ ਬਚਾ ਸਕੀਏ, ਖਾਦਾਂ ਦਾ ਖਰਚਾ ਘਟਾ ਸਕੀਏ? ਜੀ, ਜਿਸ ਤਰ੍ਹਾਂ ਸਾਡੇ ਫਾਰਮਰ ਨੇ ਮਲੂਕ ਸਿੰਘ ਹੁਣੀ ਦੱਸਿਆ ਹੈਗਾ, ਉਹਨਾਂ ਨੇ ਸਹੁੰ ਪਾਈ ਹੈ ਵੀ ਅਸੀਂ ਆਪਣੇ ਪਿੰਡ ਦੇ ਵਿੱਚ ਜਿਹੜੀ ਖੇਤ ਦੀ ਰਹਿੰਦ ਖੂੰਹਦ ਹੈਗੀ ਆ ਉਹਨੂੰ ਅੱਗ ਨਹੀਂ ਲਗਾਉਣੀ ਹੈਗੀ। ਇਹੋ ਹੀ ਅਸੀਂ ਕਨਸੈਪਟ ਜਿਹੜਾ ਹੈਗਾ ਫਾਰਮਰ ਨੂੰ ਕੈਂਪਾਂ ਰਾਹੀਂ ਦੱਸਣ ਦੀ ਉਪਰਾਲੇ ਕਰਦੇ ਰਹੀਦਾ ਹੈਗਾ। ਇਸ ਲਈ ਅਸੀਂ ਇਹਨਾਂ ਵਾਸਤੇ ਐਕਸਪੋਜ਼ਰ ਵਿਜ਼ਿਟ ਜਿਹੜੀ ਹੈਗੀ ਆ ਉਹਨਾਂ ਦਾ ਹੀ ਪ੍ਰਬੰਧ ਕਰਦੇ ਹੈਗੇ ਆ। ਉਹਦੇ ਵਿੱਚ ਅਸੀਂ ਫਾਰਮਰ ਇੱਕ ਜਗ੍ਹਾ ਦੇ ਫਾਰਮਰ ਨੂੰ, ਇੱਕ ਪਿੰਡ ਦੇ ਫਾਰਮਰ ਨੂੰ ਦੂਸਰੀ ਜਗ੍ਹਾ ਦੇ ਉੱਤੇ ਜਿਹੜਾ ਵਧੀਆ ਫੀਲਡ ਹੋਵੇ ਉੱਥੇ ਅਸੀਂ ਮੌਕੇ 'ਤੇ ਜਾ ਕੇ ਦਿਖਾਲਣ ਦੀ ਕੋਸ਼ਿਸ਼ ਕਰੀਦੀ ਹੈ ਤਾਂ ਕਿ ਜਿਹੜਾ ਮੌਕੇ 'ਤੇ ਫਾਰਮਰ ਨੇ ਦੇਖਿਆ ਹੁੰਦਾ ਹੈਗਾ ਦੂਸਰੇ ਫਾਰਮਰ ਦੇ ਨਾਲ ਉਹਨਾਂ ਦੀ ਇੰਟਰੈਕਸ਼ਨ ਹੋ ਜਾਂਦੀ ਹੈਗੀ ਆ। ਗੁਰਚਰਨ ਸਿੰਘ ਹੈ ਜੀ ਮੇਰਾ ਨਾਮ। ਕਿਹੜੇ ਪਿੰਡ ਤੁਸੀਂ ਵਾਸੀ? ਸਿੰਘਾਂ ਦੀ। ਕੀ ਬਾਤ ਹੈ। ਹਾਂਜੀ। ਤੋ ਸਿੰਘਾਂ ਪਿੰਡ ਦੀ ਕਿੰਨੀ ਖੇਤੀ ਆਪਣੀ? ਸਾਡੀ ਵੀ ਖੇਤੀ ਹੈਗੀ 25-30 ਖੇਤੀ। ਅੱਛਾ, ਤੇ ਕੀ ਫਸਲਾਂ ਬੀਜਦੇ ਤੁਸੀਂ? ਅਸੀਂ ਵੀ ਇਹ ਕਣਕ, ਆਲੂ, ਸਾਰੀ ਫਸਲੀ ਮਤਲਬ ਕਿ ਲਗਾਉਂਦੇ ਆ। ਤੇ ਅਸੀਂ ਤਾਂ ਇੱਕ ਗੁਰਚਰਨ ਸਿੰਘ ਦੱਸੋ, ਜਿਸ ਤਰ੍ਹਾਂ ਮਲੂਕ ਸਿੰਘ ਨੇ ਗੱਲ ਕੀਤੀ ਸੀ ਵੀ ਪਿੰਡ ਨੇ ਆਹਦ ਕੀਤਾ ਤੇ ਅਸੀਂ ਪਰਾਲ ਨੂੰ ਜ਼ਮੀਨ 'ਚ ਵਾਹਿਆ, ਬਿਲਕੁਲ ਤੁਹਾਡਾ ਤਜਰਬਾ, ਖਰਚਾ ਬਚਿਆ, ਕੁਛ ਖਰਚਾ ਵਧਿਆ ਕਿ ਸਮੱਸਿਆ ਵਧੀ, ਕੀ ਕਹਿਣਾ ਚਾਹੋਗੇ? ਤੁਹਾਡੇ ਜ਼ਾਤੀ ਤਜਰਬੇ ਕੀ ਨੇ? ਬਹੁਤ ਚੰਗੇ ਆ ਜੀ। ਇਹ ਅਸੀਂ ਬੜੇ ਖੁਸ਼ ਹਾਂ, ਸਾਨੂੰ ਇਹਨਾਂ ਨੇ ਹੀ ਬਹੁਤਾ ਕਿਹਾ ਤੇ ਇਦਾਂ ਹੀ ਅਸੀਂ ਕਰਦੇ ਹਾਂ। ਹੁਣ ਅੱਧਾ ਸਮਝ ਲਓ ਵੀ ਖਾਦ ਘੱਟ ਪੈਣ ਲੱਗ ਪਈ ਹੈ,
ਹੋਰ 2 ਸਾਲਾਂ ਤੱਕ ਹੋਰ ਘਟ ਜਾਏਗੀ ਜਿੱਦਾਂ ਜਿੱਦਾਂ ਅਸੀਂ ਪਰਾਲੀ ਵਾਵਾਂਗੇ ਕਈ ਜ਼ਿਮੀਂਦਾਰ ਕਹਿੰਦੇ ਨੇ ਵੀ ਲਓ ਜੀ ਖਰਚੇ ਕਰਨੇ ਪੈਂਦੇ ਨੇ ਵੱਧ, ਆਪਣਾ ਤੇਲ ਹੀ ਵੱਧ ਲੱਗਦਾ, ਮਿਹਨਤ ਬੜੀ ਲੱਗਦੀ ਹੈ, ਸਮਾਂ ਬੜਾ ਲੱਗਦਾ, ਤੇ ਤੀਲੀ ਸਭ ਤੋਂ ਸੌਖਾ ਕੰਮ ਹੈਗਾ, ਤੇ ਉਸ ਪੱਖੋਂ ਖਰਚਾ ਤੁਹਾਡਾ ਵਧਿਆ। ਦੇਖੋ ਉਹ ਖਰਚਾ ਤਾਂ ਥੋੜਾ ਜਿਹਾ ਹੈ ਹੀ ਹੈ ਜੀ, ਪਲੋ ਨਾ ਪਾਉਣਾ, ਦੂਜੇ ਡਿਕਸਾ ਨਾ ਪਾਉਣਾ, ਸਭ ਕੁਝ ਕਰਨਾ, ਦੱਬਣੀ ਉਹਨੂੰ, ਖਰਚਾ ਥੋੜਾ ਵਧਿਆ, ਪਰ ਉਨੀ ਆਮਦਨ ਵੀ ਤਾਂ ਵੱਧਦੀ ਹੈ ਨਾ ਸਾਡੀ, ਉਨੀ ਆਮਦਨ ਵੀ ਵੱਧਦੀ ਹੈ ਜੀ। ਬਿਲਕੁਲ ਬਹੁਤ ਫਾਇਦਾ, ਕੋਈ ਇਹ ਨੁਕਸਾਨ ਨਹੀਂਗਾ। ਪਹਿਲੋਂ ਲੱਗਦਾ ਸੀ ਸਾਨੂੰ ਵੀ ਜਿੱਦਾਂ ਸਾਡੇ ਖਰਚੇ ਬਹੁਤੇ ਆਉਂਦੇ ਨੇ, 4500 ਰੁਪਈਆ ਆਉਂਦਿਆ ਸੀ ਪਹਿਲੋਂ, 4500, ਉਹ ਖਰਚਾ ਜ਼ਿਆਦਾ ਲੱਗਦਾ ਸੀ, ਸਾਨੂੰ ਮਹਿਸੂਸ ਹੁੰਦਾ ਸੀ ਵੀ ਟਰੈਕਟਰ ਕੋਲ ਸੰਦ ਵੀ ਨਹੀਂ ਸੀ ਸਾਡੇ ਕੋਲ, ਅਸੀਂ ਇੱਥੇ ਬੰਦੇ ਨੇ ਗੁੱਜਰ ਉਹ ਵਾਹੁੰਦੇ ਸੀ, ਕਰਦੇ ਸੀ, ਤੇ ਜੋ 4500 ਕਿੱਲੇ ਦਾ ਦੇਣਾ ਪੈਂਦਾ ਸੀ, ਉਹ ਔਖਾ ਲੱਗਦਾ ਸੀਗਾ। ਪਰ ਹੁਣ ਸਾਡੇ ਕੋਲ ਸਾਧਨ ਹੋ ਹੀ ਜਾਂਦੇ ਨੇ। ਆਪਣਾ ਖਾਲਸਾ ਜੀ ਕੀ ਨਾਂ ਹੈ ਜੀ? ਦਿਲਬਾਗ ਸਿੰਘ ਜੀ। ਦਿਲਬਾਗ ਸਿੰਘ, ਤੇ ਕਿਹੜੇ ਪਿੰਡ ਦੇ ਵਾਸੀ ਤੁਸੀਂ? ਸਿੰਘਾਂ ਦਾ ਜੀ। ਸਿੰਘਾਂ ਦਾ ਜੀ। ਹਾਂਜੀ। ਤੇ ਕਿੰਨੀ ਆਪਣੀ ਖੇਤੀ ਹੈ? ਹੈਗੇ ਜੀ 15 ਖੇਤ ਦੀ ਖੇਤੀ ਹੈਗੀ। ਅੱਛਾ, ਖੇਤੀ ਕਿਸ ਫਸਲਾਂ ਦੀ ਕਰਦੇ ਹੋ? ਅਸੀਂ ਜੀ ਡੇਅਰੀ ਹੈ, ਅੱਛਾ, ਕਣਕ ਵੀ ਬੀਜਦੇ ਹਾਂ, ਝੋਨਾ ਨਹੀਂ ਅਸੀਂ ਲਾਉਂਦੇ। ਝੋਨਾ ਨਹੀਂ ਲਾਉਂਦੇ? ਮੱਕੀ। ਹਾਂਜੀ। ਬੜੀ ਚੰਗੀ ਗੱਲ ਹੈ, ਤੁਸੀਂ ਮੱਕੀ ਲਾਉਂਦੇ ਹੋ। ਤੇ ਮੱਕੀ ਦੀ ਫਿਰ ਜਿਹੜੀ ਕਿੱਥੇ ਵੇਚਦੇ ਹੋ ਜਾਂ ਕਿਹੜੀ ਕਿਸਮ ਲਾਉਂਦੇ ਹੋ? ਬਈ ਜੇ ਚਾਰ ਹੀ ਬਣਾਈ ਦਾ, ਸਾਲਟ ਬਣਾ ਲਈ ਥੋੜਾ। ਚਾਰ ਕਹਿਣ ਤੋਂ ਭਾਵ ਹੈ ਕਿ ਇਹਨਾਂ ਦੇ ਕੋਲ ਪਸ਼ੂ ਵੀ ਹੈਗੇ ਨੇ ਔਰ ਤੁਸੀਂ ਉਹਦਾ ਅਚਾਰ ਬਣਾ ਲੈਂਦੇ। ਬੜੀ ਵਧੀਆ ਇੱਕ ਸੋਚ ਹੈ ਕਿ ਅਸੀਂ ਆਪਣੀ ਖੇਤੀ ਦੇ ਵਿੱਚ ਵਿਭਿੰਨਤਾ ਲਿਆਈ ਹੈ, ਔਰ ਸਾਡਾ ਝੋਨੇ ਥੱਲੇ ਰਕਬਾ ਕੱਢ ਕੇ ਤੁਸੀਂ ਮੱਕੀ ਥੱਲੇ ਲੈ ਕੇ ਆਉਂਦੇ ਹੋ ਤੇ ਅਚਾਰ ਬਣਾਉਂਦੇ ਹੋ। ਪਸ਼ੂ ਤੁਹਾਡੇ ਕੋਲ ਸੁਖਣਾ ਬਥੇਰੇ ਹੈ, ਤੁਹਾਡੀ ਖੇਤੀ ਵੀ ਬੜੀ ਵਧੀਆ ਹੈ, ਤੇ ਰੂੜੀ ਦੀ ਖਾਦ ਵੀ ਬਥੇਰੀ ਤਿਆਰ ਹੁੰਦੀ ਹੋਏਗੀ, ਉਹਦਾ ਕੋਈ ਫਾਇਦਾ ਉਠਾਉਂਦੇ ਕੁਝ? ਸਾਲ ਬਾਅਦ, 1.5 ਸਾਲ ਬਾਅਦ ਸਾਰੇ ਖੇਤਾਂ 'ਚ ਢੇਰ ਪਾ ਦਿੰਦੇ ਜੀ ਆਪਣੇ। ਅੱਛਾ। ਹਾਂਜੀ, ਬੜਾ ਫਾਇਦਾ ਜੀ। ਖਾਦ ਪਾਈਏ ਨਾ ਪਾਈਏ ਤਾਂ ਕੋਈ ਗੱਲ ਹੀ ਨਹੀਂ, ਬੜੀ ਮੋਟੀ ਪਾ ਦਈਏ, ਨਹੀਂ ਪਾਉਣ ਦੀ ਲੋੜ ਤਾਂ ਵੀ ਕੋਈ ਗੱਲ ਨਹੀਂ। ਫਸਲ ਸਾਡੀ ਆਹ ਬਰਸਨ ਬੀਜਿਆ, ਬਰਸੀਨ ਐਡਾ ਲੋਇਆ ਜੀ, ਅਸੀਂ ਇੱਕ ਦਾਣਾ ਵੀ ਖਾਦ ਨਹੀਂ ਪਾਈ ਉਹਨੂੰ। ਢੇਰ ਦਾ ਇੰਨਾ ਫਾਇਦਾ ਸਾਨੂੰ। ਡੇਅਰੀ ਦਾ ਧੰਦਾ ਔਰ ਖੇਤੀ ਦਾ ਧੰਦਾ ਆਪਸ 'ਚ ਸਿੱਧੇ ਸੰਬੰਧ ਰੱਖਦੇ ਆ। ਡੇਅਰੀ ਦਾ ਗੋਬਰ ਜਿਹੜਾ ਖੇਤਾਂ 'ਚ ਪੈਣ ਡਿਆ, ਤੇ ਖੇਤਾਂ ਦੀ ਚਾਰਾ ਜਿਹੜਾ ਉਹ ਪਸ਼ੂਆਂ ਦੇ ਵਾਸਤੇ ਕੰਮ ਆਉਣ ਡਿਆ। ਆਪਸੀ ਸੰਬੰਧ ਜਿਹੜੇ ਨੇ ਬੜੇ ਵਧੀਆ ਨੇ, ਇਸੇ ਕਰਕੇ ਖੁਸ਼ਹਾਲ ਨੇ, ਖੁਸ਼ ਨੇ। ਸੋ ਮੇਰੇ ਨਾਲ ਨੇ ਡਾਕਟਰ ਮਨਦੀਪ ਸਿੰਘ ਜੀ, ਜਿਹੜੇ ਕਿ ਖੇਤੀਬਾੜੀ ਵਿਕਾਸ ਅਫਸਰ ਨੇ, ਇਸ ਇਲਾਕੇ 'ਚ ਕੰਮ ਕਰਨ ਡੇ ਨੇ। ਡਾਕਟਰ ਮਨਦੀਪ ਸਿੰਘ ਜੀ, ਅੱਜ ਕੱਲ੍ਹ ਦੀ ਖੇਤੀ ਜਿਹੜੀ ਕਣਕ ਦੀ ਖੜੀ ਏ, ਇਹਦੇ ਵਾਸਤੇ ਕਿੱਦਾਂ ਦੀ ਸਿਫਾਰਸ਼ਾਂ ਤੁਸੀਂ ਸਾਡੇ ਕਿਸਾਨਾਂ ਨਾਲ ਸਾਂਝੀਆਂ ਕਰੋਗੇ, ਤਾਂ ਕਿ ਸਾਡੇ ਕਿਸਾਨ ਜਿਹੜੇ ਸਾਡੇ ਨਾਲ ਜੁੜੇ ਨੇ ਔਰ ਇੱਥੇ ਜਿਹੜੇ ਕਿਸਾਨ ਬੈਠੇ ਨੇ, ਉਹ ਕਣਕ ਦੀ ਫਸਲ ਵਾਸਤੇ ਬਥੇਰੇ ਧਿਆਨ ਦੇ ਕੇ ਤੇ ਚੰਗੀ ਫਸਲ ਹਾਸਲ ਕਰ ਸਕਣ? ਜੀ ਸਰ, ਇਹ ਕਿਸਾਨ ਵੀਰਾਂ ਨੂੰ ਅਸੀਂ ਸਮੇਂ-ਸਮੇਂ ਤੇ ਆ ਕੇ ਪਿੰਡ ਪੱਧਰ ਤੇ ਉੱਤੇ ਜਾਂ ਬਲਾਕ ਪੱਧਰ ਤੇ ਉੱਤੇ ਜਾ ਕੇ ਅਸੀਂ ਕਿਸਾਨ ਵੀਰਾਂ ਨੂੰ ਜਿਹੜਾ ਤਕਨੀਕੀ ਜਿਹੜਾ ਗਿਆਨ ਆ ਉਹ ਅਸੀਂ ਮੁਹੱਈਆ ਕਰਾਉਂਦੇ ਰਹਿੰਦੇ ਆ। ਉਹਨਾਂ ਨੂੰ ਜੋ ਖੇਤੀ ਦੇ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਜੋ ਸਿਫਾਰਸ਼ਾਂ ਆ ਉਹਨਾਂ ਬਾਰੇ ਅਸੀਂ ਸਮੇਂ-ਸਮੇਂ ਤੇ ਆ ਕੇ ਇਹਨਾਂ ਨੂੰ ਜਾਗਰੂਕ ਕਰਦੇ ਰਹਿੰਦੇ ਆ। ਅਸੀਂ ਹਰ ਇੱਕ ਬਲਾਕ ਪਿੰਡ ਦੇ ਵਿੱਚ ਜਾਂ ਜਿਹੜੇ ਸਾਡੇ ਗਾਂਹ ਵਧੂ ਕਿਸਾਨ ਵੀਰ ਆ, ਉਹਨਾਂ ਨੂੰ ਅਸੀਂ ਪ੍ਰਦਰਸ਼ਨੀ ਪਲਾਟਾਂ ਦੇ ਰਾਹੀਂ ਉਹਨਾਂ ਨੂੰ ਜੋ ਸਾਡੀਆਂ ਸਿਫਾਰਸ਼ਾਂ ਨੇ ਮਹਿਕਮੇ ਦੀਆਂ, ਉਹ ਉਹਨਾਂ ਨੂੰ ਲਗਾ ਕੇ ਖੇਤ ਦੇ ਵਿੱਚ ਹੀ ਉਹਨਾਂ ਨੂੰ ਉਹਦੇ ਬਾਰੇ ਜਾਗਰੂਕ ਕਰੀਦਾ, ਅਤੇ ਉਹਨਾਂ ਨੂੰ ਉਹ ਦੇ ਨਤੀਜੇ ਜਿਹੜੇ ਆ ਉਹਨਾਂ ਨੂੰ ਦੱਸੀਦੇ ਆ। ਅਤੇ ਹੁਣ ਜੇ ਮੈਂ ਸਮਝਦਾ ਕਿ ਇਸ ਸਮੇਂ ਜਿਹੜੀ ਸਾਡੀ ਕਣਕ ਹੈ ਉਹਦੇ ਉੱਤੇ ਪੀਲੀ ਕੂੰਗੀ ਦਾ ਜਿਹੜਾ ਹਮਲਾ ਉਹਦੇ ਹੋਣ ਦੇ ਚਾਂਸਿਸ ਬਣੇ ਆ, ਕਿਉਂਕਿ ਇਹ ਕੂੰਗੀ ਦਾ ਜਿਹੜਾ ਮੌਸਮ ਹੈ ਇਹਦੇ ਨਾਲ ਸਿੱਧਾ ਸੰਬੰਧ ਹੈ, ਕਿਉਂਕਿ ਹੁਣ ਮੌਸਮ ਜਿਹੜਾ ਉਹ ਥੋੜ੍ਹਾ ਕੋਲਡ ਐਂਡ ਹਿਊਮਿਡ ਆ, ਅਤੇ ਇਸ ਮੌਸਮ ਦੇ ਵਿੱਚ ਇਹ ਜਿਹੜੀ ਉੱਲੀ ਹੈ ਇਹਦੇ ਪਣਪਣ ਦੇ ਜਿਹੜੇ ਅਸਾਰ ਆ ਉਹ ਜ਼ਿਆਦਾ ਵਾ। ਅਤੇ ਕਿਸਾਨ ਵੀਰਾਂ ਨੂੰ ਇਹ ਚਾਹੀਦਾ ਕਿ ਆਪਣੇ ਖੇਤਾਂ ਦੇ ਵਿੱਚ ਉਹ ਸਰਵੇਖਣ ਜ਼ਰੂਰ ਕਰਦੇ ਰਹਿਣ, ਅਤੇ ਜੇਕਰ ਇਸ ਨਾਮੁਰਾਦ ਬਿਮਾਰੀ ਜਿਹੜੀ ਉੱਲੀ ਹੈ ਸਾਡੇ ਖੇਤਾਂ ਦੇ ਵਿੱਚ ਆਉਂਦੀ ਹੈ, ਅਤੇ ਉਹਦੇ ਲਈ ਸਾਨੂੰ ਟਿਲਟ 200 ml ਜਿਹੜੀ ਹੈ ਦਵਾਈ, ਉਹਨੂੰ 200 ਲੀਟਰ ਪਾਣੀ ਦੇ ਵਿੱਚ ਘੋਲ ਕੇ ਉਹਦਾ ਛਿੜਕਾਅ ਜਿਹੜਾ ਕਰਨਾ ਚਾਹੀਦਾ। ਅਤੇ ਇਸ ਤੋਂ ਇਲਾਵਾ ਇੱਕ ਹੋਰ ਸਮੱਸਿਆ ਜਿਹੜੀ ਸਾਡੇ ਖੇਤਾਂ ਦੇ ਵਿੱਚ ਆਉਣ ਦੀ ਸੰਭਾਵਨਾ ਹੈ ਉਹ ਹੈ ਕਾਲਾ ਤੇਲਾ। ਅਤੇ ਕਾਲਾ ਤੇਲਾ ਬਹੁਤ ਵੱਡੀ ਸਮੱਸਿਆ ਤਾਂ ਬਣੂਗਾ ਜੇਕਰ 5 ਤੇਲੇ ਜਿਹੜੇ ਪ੍ਰਤੀ ਬੂਟੇ ਤੋਂ ਜ਼ਿਆਦਾ ਹੋਣਗੇ, ਅਤੇ ਸਾਨੂੰ ਇਹ ਖੇਤ ਦੇ ਵਿੱਚ ਜਾ ਕੇ ਇਹ ਦੇਖਣਾ ਪਊਗਾ ਕਿ ਪ੍ਰਤੀ ਬੂਟਾ ਜੇ 5 ਤੋਂ ਵੱਧ ਕਾਲੇ ਤੇਲੇ ਦਾ ਜੇ ਹਮਲਾ ਹੁੰਦਾ ਆ, ਅਤੇ ਸਾਨੂੰ ਇਕਤਾਰਾ ਨਾਂ ਦੀ ਜਿਹੜੀ ਦਵਾਈ ਆ ਉਹ 20 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ 80 ਤੋਂ ਲੈ ਕੇ 100 ਲੀਟਰ ਪਾਣੀ ਦੇ ਵਿੱਚ ਘੋਲ ਕੇ ਉਹ ਸਾਨੂੰ ਸਪਰੇਅ ਕਰਨੀ ਚਾਹੀਦੀ। ਡਾਕਟਰ ਸਾਹਿਬ, ਤੁਸੀਂ ਪੀਲੀ ਕੂੰਗੀ ਦਾ ਜ਼ਿਕਰ ਕੀਤਾ ਅਤੇ ਕਿਰਪਾ ਕਰਕੇ ਇਹਦਾ ਵੀ ਦੱਸੋ ਕਿ ਚਿੰਨ੍ਹ ਕੀ ਨੇ, ਕਿਵੇਂ ਆਪਾਂ ਨੂੰ ਪਤਾ ਲੱਗਦਾ ਕਿ ਪੀਲੀ ਕੂੰਗੀ ਸਾਡੇ ਖੇਤਾਂ 'ਚ ਆ ਗਈ ਏ, ਅਤੇ ਕੀ ਅਸੀਂ ਜੇ ਪਹਿਲਾਂ ਹੀ ਸਪਰੇਅ ਕਰ ਦਈਏ, ਕਿਉਂਕਿ ਹੁਣ ਤੁਸੀਂ ਕਹਿੰਦੇ ਪੀਲੀ ਕੂੰਗੀ ਦਾ ਮੌਸਮ ਦੇ ਲਿਹਾਜ਼ ਨਾਲ ਆ ਸਕਦੀ ਏ, ਜੇ ਪਹਿਲਾਂ ਸਪਰੇਅ ਕਰ ਦਈਏ ਤਾਂ ਬਚਾਅ ਹੋ ਜੂ, ਅਤੇ ਇਹਦੇ ਚਿੰਨ੍ਹ ਕੀ ਹੈਗੇ ਨੇ, ਇਹਦੇ ਬਾਰੇ ਵੀ ਜਾਣਕਾਰੀ ਦਿਓ। ਦੇਖੋ, ਆਪਣੇ ਕੋਈ ਵੀ ਬਿਮਾਰੀ ਆਉਂਦੀ ਹੈ ਸਾਨੂੰ ਉਹਦੇ ਪਹਿਲੋਂ ਸਪਰੇਅ ਨਹੀਂ ਕਰਨੀ ਚਾਹੀਦੀ, ਸਾਨੂੰ ਸਰਵੇਖਣ ਕਰਨਾ ਚਾਹੀਦਾ। ਜੇਕਰ 1-2 ਬੂਟੇ ਤੁਹਾਨੂੰ ਲੱਗਦਾ
ਕਿ ਉਹਦੇ ਵਿੱਚ ਸਾਨੂੰ ਆਉਣ ਦੇ ਆਸਾਰ ਹੈ। ਉਹਦੇ ਚਿੰਨ੍ਹ ਇਹ ਆ ਕਿ ਇਹਦੀਆਂ ਜਿਹੜੀਆਂ ਬੂਟੇ ਦੇ ਜਿਹੜੇ ਪੱਤੇ ਆ ਉਹਦੇ ਉੱਤੇ ਹਲਦੀ ਰੰਗਾ ਜਿਹੜਾ ਧਾਰੀਆਂ ਦੇ ਵਿੱਚ ਇਹ ਬੂਟੀ ਕੂੰਗੀ ਜਿਹੜੀ ਹੈ ਇਹ ਆਉਣੀ ਸ਼ੁਰੂ ਹੁੰਦੀ ਹੈ। ਤੇ ਕਿਸਾਨ ਵੀਰ ਹੱਥ ਨਾਲ ਮਲ ਕੇ ਜ਼ਰੂਰ ਦੇਖ ਲੈਣ ਪੱਤੇ ਨੂੰ ਕਿ ਜੇਕਰ ਉਹਨਾਂ ਦੇ ਹੱਥ ਦੇ ਉੱਤੇ ਹਲਦੀ ਵਰਗੇ ਦਾਗ ਉਹ ਪੈਣੇ ਸ਼ੁਰੂ ਹੋ ਜਾਂਦੇ ਆ ਤਾਂ ਉਹ ਇਹ ਪੀਲੀ ਕੂੰਗੀ ਦੇ ਹਮਲੇ ਦੀ ਸ਼ੁਰੂਆਤ ਹੈ ਤੇ ਸਾਨੂੰ ਜਿਹੜੀ ਸਪਰੇਅ ਕਰਨੀ ਉਹ ਸ਼ੁਰੂ ਕਰ ਦੇਣੀ ਚਾਹੀਦੀ ਹੈ। ਦੇਖੋ ਇੱਕ ਬੀਜ ਤਿਆਰ ਕਰਨਾ ਵੀ ਬੜਾ ਜ਼ਰੂਰੀ ਹੈ, ਤੁਸੀਂ ਮਾਹਿਰ ਹੋ ਤੇ ਕਣਕ ਦਾ ਬੀਜ ਤਿਆਰ ਕਰਨ ਵਾਸਤੇ ਜੇ ਹੁਣ ਉਪਰਾਲੇ ਕਿਸਾਨ ਨੇ ਕਰਨੇ ਹੋਣ ਤੇ ਕਿੱਦਾਂ ਦੇ ਉਹਨੂੰ ਸੋਚਾਂ ਨੂੰ ਬਣਾਉਣਾ ਪਏਗਾ? ਸਭ ਤੋਂ ਪਹਿਲਾਂ ਦੀ ਸਾਨੂੰ ਜਿਹੜਾ ਬੀਜ ਜਿਹੜਾ ਅਸੀਂ ਬੀਜਣਾ ਹੈ ਤਾਂ ਉਹਦਾ ਅਸੀਂ ਬੀਜ ਰੱਖਣਾ ਹੈ ਉਹ ਸਰਟੀਫਾਈਡ ਬੀਜ ਸਾਨੂੰ ਕਿਸੇ ਚੰਗੇ ਅਦਾਰੇ ਤੋਂ, ਯੂਨੀਵਰਸਿਟੀ ਤੋਂ ਜਾਂ ਸਰਟੀਫਾਈਡ ਡੀਲਰਸ ਤੋਂ ਸਾਨੂੰ ਉਹਦਾ ਬੀਜ ਸਰਟੀਫਾਈਡ ਲੈ ਕੇ ਉਹਦੀ ਬਿਜਾਈ ਕਰਨੀ ਪਊਗੀ। ਫਿਰ ਉਹਨੂੰ ਸੋਧ ਕੇ ਬੀਜਣਾ ਪਊਗਾ ਤਾਂ ਕਿ ਉਹਦੇ ਵਿੱਚ ਜਿਹੜੇ ਬੀਜਾਂ ਰਾਹੀਂ ਜਿਹੜੀਆਂ ਬਿਮਾਰੀਆਂ ਆਉਂਦੀਆਂ ਉਹਨੂੰ ਸਾਨੂੰ ਕੰਟਰੋਲ ਕਰਨਾ ਪਊਗਾ ਤਾਂ ਕਿ ਉਹ ਜਿਹੜੀ ਸਾਡੀ ਆਉਣ ਵਾਲੀ ਫਸਲ ਹੈ ਜਦੋਂ ਅਸੀਂ ਬੀਜ ਰੱਖਾਂਗੇ ਉਹਦੇ ਵਿੱਚ ਸਾਨੂੰ ਇਹਦੀ ਸਮੱਸਿਆ ਨਾ ਆਵੇ। ਇਸ ਸਮੇਂ ਜਿਹੜੀਆਂ ਬਿਮਾਰੀਆਂ ਹੈ ਜਾਂ ਚੇਪਾ ਆ ਇਹਨਾਂ ਨੂੰ ਸਾਨੂੰ ਕੰਟਰੋਲ ਕਰਨ ਦੀ ਜ਼ਰੂਰਤ ਹੈ ਕਿਉਂਕਿ ਇਹ ਜਿਹੜੀਆਂ ਬਿਮਾਰੀਆਂ ਜਿਹੜੀਆਂ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਅਗਰ ਬੀਜ ਜਿਹੜਾ ਅਸੀਂ ਰੱਖਾਂਗੇ ਉਹਦੇ ਵਿੱਚ ਸਾਨੂੰ ਇਹ ਸਮੱਸਿਆ ਪੈਦਾ ਕਰ ਸਕਦੀਆਂ। ਕੀ ਆਪਣਾ ਨਾਂ ਹੈ ਤੇ ਕਿਹੜੇ ਪਿੰਡ ਦੇ ਵਾਸੀ ਹੋ ਤੁਸੀਂ? ਜਰਨੈਲ ਸਿੰਘ ਨਾਂ ਹੈ ਜੀ, ਸਿੰਘਾਂ ਪਿੰਡ ਦੇ ਵਸਨੀਕ ਅਸੀਂ। ਜਿਹੜੇ ਫਾਰਮ ਵਿੱਚ ਅੱਜ ਇਕੱਠੇ ਹੋਏ ਆ ਇਹ ਸਾਡੇ ਉਮਰ ਦੇ ਬਰਾਬਰ ਨੇ, ਉੱਦਾਂ ਚਾਚਾ ਜੀ ਲੱਗਦੇ ਨੇ ਸਾਡੇ। ਫਿਰ ਤੇ ਤੁਹਾਡਾ ਮਲੂਕ ਸਿੰਘ ਨੇ ਜਿਸ ਤਰ੍ਹਾਂ ਕਿਹਾ ਕਿ ਝੋਨੇ ਦੀ ਪਰਾਲੀ ਨੂੰ ਜ਼ਮੀਨ 'ਚ ਵਾਹੁੰਦੇ ਹੋ, ਤੁਸੀਂ ਵਾਹੁੰਦੇ ਹੀ ਹੋਵੋਗੇ। ਇਕੱਠੀ ਕਰਾ ਕੇ ਜ਼ਮੀਨ ਵਾਹੀ ਦੀ ਹੈ। ਜ਼ਮੀਨ ਵਾਈ ਦੀ ਹੈ ਹਾਂਜੀ। ਤੇ ਇਕੱਠੀ ਕਰਾ ਕਿੱਥੇ ਰੱਖਦੇ ਪਰਾਲੀ ਫਿਰ? ਉਹਦੇ ਕੋਈ ਗੁੱਜਰ ਲੈ ਜਾਂਦੇ ਨੇ, ਕੁਝ ਆਪ ਇਕੱਠੀ ਕਰਕੇ ਲਾ ਦਿੰਦੀ ਹੈ। ਤੇ ਹੁਣ ਇਸ ਵੇਲੇ ਕਣਕ ਦੀ ਫਸਲ ਆਪਣੀ ਖੜੀ ਏ ਹਾਂਜੀ। ਤੇ ਕਣਕ ਵਧੀਆ, ਕੋਈ ਸਮੱਸਿਆ ਤੇ ਕੋਈ ਨਹੀਂ? ਨਹੀਂ ਕੋਈ ਬਹੁਤ ਵਧੀਆ ਫਸਲ, ਕੋਈ ਬੱਲੇ ਬੱਲੇ, ਕੁਝ ਬੱਲੇ ਬੱਲੇ, ਕੋਈ ਬਿਮਾਰੀ ਨਹੀਂ, ਕੁਝ ਨਹੀਂ ਹੈ ਕੋਈ ਬੱਲੇ, ਚੇਪਾ ਵਗੈਰਾ? ਕੁਝ ਨਹੀਂ ਜੀ। ਕੀ ਬਾਤ ਹੈ, ਚੰਗੀ ਗੱਲ ਹੈ ਜਰਨੈਲ ਸਿੰਘ ਜੀ। ਤੇ ਹੁਣ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫਸਰ ਡਾਕਟਰ ਸੁਰਿੰਦਰ ਸਿੰਘ ਜੀ, ਦੇਖੋ ਇਸ ਇਲਾਕੇ ਦੇ ਵਿੱਚ ਖੇਤੀ ਦਾ ਇਹ ਰੰਗ ਰੂਪ ਬੜਾ ਵਧੀਆ ਔਰ ਮੈਂ ਸਮਝਦਾ ਕਿ ਤੁਹਾਡਾ ਜਿਹੜਾ ਸਟਾਫ ਹੈ ਬੜੀ ਮਿਹਨਤ ਕਰਨ ਡਿਆ ਹੈ। ਇਹ ਜਿਹੜੀ ਖੇਤੀ ਦਾ ਪਸਾਰ ਹੈ ਇਹ ਸੋਚ ਨੂੰ, ਕਿਉਂਕਿ ਅਜਿਹੇ ਪਿੰਡ ਬਹੁਤ ਘੱਟ ਨੇ ਜਿਹੜੇ ਕਿ ਅਹਿਦ ਕਰਦੇ ਨੇ ਕਿ ਅਸੀਂ ਪਰਾਲ ਨੂੰ ਜ਼ਮੀਨ 'ਚ ਵਾਹਣਾ ਤੇ ਜ਼ਮੀਨ 'ਚ ਵਾਹ ਕੇ ਅਗਲੀ ਫਸਲ ਦੀ ਕਾਸ਼ ਕਰਨੀ। ਇਸ ਤਰ੍ਹਾਂ ਕਣਕ ਦੀ ਨਾੜ ਨੂੰ ਵੀ ਜ਼ਮੀਨ 'ਚ ਵਾਹੁੰਦੇ ਨੇ। ਕੀ ਤੁਸੀਂ ਸ਼ਾਬਾਸ਼ੀ ਇਸ ਪਿੰਡ ਨੂੰ ਦੇਣਾ ਚਾਹੋਗੇ? ਦੇਖੋ ਗੁਲਾਟੀ ਸਾਹਿਬ, ਮੈਨੂੰ ਬੜੀ ਖੁਸ਼ੀ ਹੈ, ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਇਸ ਪਿੰਡ ਦਾ ਖਾਸ ਤੌਰ ਤੇ ਸਿੰਘਾਂ ਪਿੰਡ ਦਾ ਮੈਂ ਹਰ ਚੀਜ਼, ਕਿਉਂਕਿ ਇਹ ਖੇਤੀ ਵਿਭਿੰਨਤਾ ਦੇ ਆਪਾਂ ਲਈਏ ਤਾਂ ਇਸ ਪਿੰਡ ਦੇ ਵਿੱਚ ਸਾਰਾ ਪੱਖ ਆ ਜਾਂਦੇ ਨੇ। ਜੇ ਆਪਾਂ ਲਈਏ ਮੰਨ ਲਓ ਮੱਕੀ ਵੀ ਬੀਜੀ ਜਾਂਦੀ ਹੈ, ਫਿਰ ਇਹਦੇ ਵਿੱਚ ਸਬਜ਼ੀਆਂ ਵੀ ਬੀਜ ਰਹੇ ਨੇ ਕਿਸਾਨ ਔਰ ਆਲੂ ਜਿਹੜੇ ਨੇ ਉਹ ਵੀ ਕਾਸ਼ਤ ਕਰ ਰਹੇ ਨੇ। ਉਸ ਤੋਂ ਇਲਾਵਾ ਆਪਣੇ ਡੇਅਰੀ ਫਾਰਮ ਵੀ ਜਿਹੜੇ ਉਹ ਚਲਾ ਕੇ ਔਰ ਦੁੱਧ ਜਿਹੜੀ ਕਾਫੀ ਇਨਕਮ ਜਿਹੜੀ ਉਹ ਲੈ ਰਹੇ ਨੇ। ਔਰ ਕਿਸਾਨ ਸਾਡੇ ਜਿਹੜੇ ਨੇ ਉਹ ਬੜੇ ਅਗਾਂਹ ਵਧੂ ਨੇ, ਸਿਆਣੇ ਨੇ। ਮੈਂ ਸਮਝਦਾ ਵੀ ਆਉਣ ਵਾਲੇ ਸਮੇਂ ਜਿਹੜਾ ਜਿਸ ਤਰ੍ਹਾਂ ਆਪਾਂ ਇਹ ਲਾਇਆ, ਆਪਾਂ ਕਿਸਾਨ ਸਕੂਲ ਲਾਇਆ, ਇਸੇ ਤਰ੍ਹਾਂ ਹੀ ਜਾਂ ਜੋ ਵੀ ਆਪਾਂ ਇੰਟਰੈਕਸ਼ਨ ਕਰ ਰਹੇ ਹਾਂ ਉਹ ਪੰਜਾਬ ਦੇ ਬਾਕੀ ਕਿਸਾਨਾਂ ਵਾਸਤੇ ਵੀ ਇਹ ਚਾਨਣ ਮੁਨਾਰਾ ਹੋਣਗੇ। ਔਰ ਮੈਂ ਇਹ ਜ਼ਰੂਰ ਕਿਸਾਨਾਂ ਨੂੰ ਬੇਨਤੀ ਕਰਾਂਗਾ ਕਿ ਆਪਾਂ ਜ਼ਹਿਰਾਂ ਜਿਹੜੀਆਂ ਨੇ ਉਹ ਆਪਾਂ ਘੱਟ ਤੋਂ ਘੱਟ ਵਰਤੋ ਔਰ ਜੇਕਰ ਜ਼ਰੂਰਤ ਹੈ ਫਸਲ ਦੇ ਵਿੱਚ ਖਾਸ ਤੌਰ ਤੇ ਉਹ ਆਪਣੇ ਮਾਹਿਰਾਂ ਨਾਲ ਸਲਾਹ ਕਰਕੇ ਜੇ ਸਪਰੇਅ ਕਰਨ ਦੀ ਜ਼ਰੂਰਤ ਹੈ ਤੇ ਉਹ ਸਾਨੂੰ ਸਪਰੇਅ ਕਰਨੀ ਚਾਹੀਦੀ ਹੈ, ਅਦਰਵਾਈਜ਼ ਸਾਨੂੰ ਸਪਰੇਅ ਨਹੀਂ ਕਰਨੀ ਚਾਹੀਦੀ। ਔਰ ਇਸ ਤੋਂ ਇਲਾਵਾ ਮੈਂ ਇਹ ਵੀ ਕਹਾਂ ਕਿ ਜੇ ਕਿਸਾਨ ਜੇ ਉਹਨਾਂ ਨੂੰ ਜ਼ਰੂਰਤ ਪੈਂਦੀ ਹੈ ਤਾਂ ਉਹ ਜਿਸ ਵੀ ਡੀਲਰ ਕੋ ਜਾਂਦੇ ਨੇ ਔਰ ਆਪਣਾ ਬਕਾਇਦਾ, ਮੈਂ ਪਹਿਲਾਂ ਵੀ ਆਪਣੇ ਕੈਂਪਾਂ ਵਿੱਚ ਔਰ ਬਕਾਇਦਾ ਹਰ ਥਾਂ ਤੇ ਜਿੱਥੇ ਵੀ ਜਾਣਾ ਔਰ ਜ਼ਰੂਰ ਕਿਸਾਨਾਂ ਨੂੰ ਬੇਨਤੀ ਕਰਾਂਗਾ ਕਿ ਉਹ ਜਿਹੜੀ ਵੀ ਚੀਜ਼ ਇਨਪੁਟਸ ਆਪਣੀ ਖਾਦ, ਬੀਜ ਜਾਂ ਦਵਾਈਆਂ ਲੈਂਦੇ ਨੇ ਉਹ ਬਿੱਲ ਤੇ ਬਕਾਇਦਾ ਲੈਣ ਔਰ ਰਜਿਸਟਰਡ ਡੀਲਰ ਕੋਲ ਲੈਣ ਤਾਂ ਕਿ ਜਿਹੜੀ ਹੈ ਸਾਨੂੰ ਕੋਈ ਬਾਅਦ ਵਿੱਚ ਕੋਈ ਸਮੱਸਿਆ ਪੇਸ਼ ਨਾ ਆਵੇ। ਡਾਕਟਰ ਸਾਹਿਬ, ਬੜੀ ਚੰਗੀ ਗੱਲ ਹੈ ਕਿ ਦੇਖੋ ਜਦੋਂ ਅਸੀਂ ਗਿਆਨ, ਧਿਆਨ ਤੇ ਸਮਾਨ ਦੀ ਗੱਲ ਕਰਨੇ ਆ, ਗਿਆਨ ਤੇ ਤੁਸੀਂ ਦੇਤਾ ਤੇ ਧਿਆਨ ਕਿਸਾਨਾਂ ਨੇ ਵੀ ਦੇਣਾ ਹੈ ਤੇ ਸਮਾਨ ਲੈਣ ਵੇਲੇ ਆਪਾਂ ਕਈ ਵਾਰੀ ਗਲਤੀ ਕਰ ਦਿੰਦੇ ਆ। ਉੱਥੇ ਸਾਨੂੰ ਧਿਆਨ ਦੇਣਾ ਚਾਹੀਦਾ ਕਿ ਆਪਾਂ ਸਹੀ ਥਾਂ ਤੋਂ ਦਵਾਈ, ਖਾਦ ਤੇ ਬੀਜ ਦਾ ਇਸਤੇਮਾਲ ਕਰੀਏ। ਡਾਕਟਰ ਸਾਹਿਬ, ਹੁਣ ਦੇਖੋ ਤੁਸੀਂ ਅਕਸਰ ਇਹ ਗੱਲ ਕਹਿੰਦੇ ਹੋ ਕਿ ਯੋਜਨਾ ਬਣਾਉਣੀ ਬੜੀ ਜ਼ਰੂਰੀ ਹੈ ਕਿਸਾਨਾਂ ਨੂੰ ਆਪਣੀ ਫਸਲੀ ਚੱਕਰ ਦੇ ਵਿੱਚ ਬਦਲਾਅ ਵਾਸਤੇ, ਔਰ ਨਾਲ ਦੇ ਨਾਲ ਅਗਲੀ ਫਸਲ ਦੀ ਯੋਜਨਾ ਹੁਣੇ ਬਣਾਉਣਗੇ ਤੇ ਫਿਰ ਸੌਖੇ ਰਵਾਂਗੇ ਆਪਾਂ, ਆਪਣੀ ਉਸ ਹਿਸਾਬ ਨਾਲ ਆਪਣੀ ਲੀਹ ਬਣਾ ਲੈਣੇ ਆਪਾਂ। ਅੱਜ ਸਾਡੇ ਇਸ ਪ੍ਰੋਗਰਾਮ ਦੇ ਜ਼ਰੀਏ ਸਾਡੇ ਜਿਹੜੇ ਕਾਸ਼ਤਕਾਰ ਨੇ ਸਾਉਣੀ ਦੀ ਫਸਲ ਦੇ, ਉਹਨਾਂ ਵਾਸਤੇ ਕੀ ਤੁਸੀਂ ਸੁਨੇਹਾ ਦੇਣਾ ਚਾਹੋਗੇ ਤਾਂ ਕਿ ਅਗਲੀ ਫਸਲ, ਔਰ ਇਹ ਜਿਹੜੇ ਕਾਸ਼ਤਕਾਰ ਬੈਠੇ ਨੇ ਅਗਾਂਹ ਝੋਨੇ ਦੀ ਫਸਲ ਆਪਾਂ ਕਾਸ਼ਤ ਕਰਨੀ ਹੈ, ਕਿੱਦਾਂ ਦੀ ਸੋਚ ਹੋਣੀ ਚਾਹੀਦੀ ਹੈ ਤਾਂ ਕਿ ਆਪਾਂ ਸਹੀ ਪਾਸੇ ਚੱਲੀਏ ਔਰ ਸਹੀ ਬੀਜ ਲੈ ਕੇ ਸਹੀ ਕਿਸਮ ਦੀ ਕਾਸ਼ਤ ਕਰਕੇ ਅਗਾਂਹ ਵਧੀਏ? ਮੈਂ ਸਾਰੇ ਕਿਸਾਨ ਵੀਰਾਂ ਨੂੰ ਇਹ ਜ਼ਰੂਰ ਬੇਨਤੀ ਕਰਾਂਗਾ ਵੀ ਜਿਹੜਾ ਵੀ ਕੋਈ ਆਪਾਂ ਸਾਉਣੀ ਵਾਸਤੇ ਕੋਈ ਬੀਜ ਲੈਣਾ, ਜੇਕਰ ਆਪਾਂ ਝੋਨੇ ਦਾ ਲੈਣਾ ਜਾਂ ਬਾਸਮਤੀ ਦਾ ਲੈਣਾ,
ਔਰ ਸਰਟੀਫਾਈਡ ਬੀਜ ਲੈਣਾ ਔਰ ਆਪਣੇ ਜਿਹੜੇ ਰਜਿਸਟਰਡ ਡੀਲਰ ਕੋਲੋਂ ਲੈਣਾ। ਇਸ ਤੋਂ ਇਲਾਵਾ ਮੈਂ ਇਹ ਵੀ ਜ਼ਰੂਰ ਬੇਨਤੀ ਕਰਾਂਗਾ ਕਿ ਮੱਕੀ ਵੱਲ, ਕਿਉਂਕਿ ਜਿਹੜੀਆਂ ਝੋਨੇ ਦੀਆਂ ਕਿਸਮਾਂ ਨੇ ਬਹੁਤ ਸਾਰਾ ਸਾਡਾ ਪਾਣੀ ਲੈ ਲੈਂਦੀਆਂ ਨੇ, ਔਰ ਸਾਨੂੰ ਮੱਕੀ ਦੀ ਕਾਸ਼ਤ ਵੱਲ ਜਿਹੜਾ ਉਹ ਜ਼ਰੂਰ ਧਿਆਨ ਦੇਣਾ ਚਾਹੀਦਾ, ਤਾਂ ਜੋ ਸਾਡੀ ਜਿਹੜੀ ਇਹ ਮੱਕੀ ਦਾ ਜਿਹੜਾ ਸਾਡਾ ਰਕਬਾ ਵਧ ਸਕੇ। ਔਰ ਪਾਣੀ ਜਿਹੜੀ ਹੈ, ਕਿਉਂਕਿ ਸਾਨੂੰ ਪਤਾ ਕਿ ਸਾਡਾ ਆਪਾਂ ਜੇ ਜ਼ਿਲ੍ਹੇ ਦੀ ਗੱਲ ਕਰ ਲਈਏ ਜਾਂ ਮੰਨ ਲਓ ਆਪਾਂ ਪੰਜਾਬ ਦੀ ਗੱਲ ਕਰ ਲਈਏ ਤਾਂ ਸਾਡਾ ਪਾਣੀ ਦਾ ਲੈਵਲ ਬਹੁਤ ਥੱਲੇ ਜਾ ਰਿਹਾ, ਔਰ ਸਾਨੂੰ ਮੱਕੀ ਦੇ ਵੱਲ ਜਿਹੜਾ ਇਹ ਜ਼ਰੂਰ ਰੁਝਾਨ ਲਿਆਉਣਾ ਚਾਹੀਦਾ, ਔਰ ਸਾਡੀ ਜਿਹੜੀ ਮੱਕੀ ਦੀ ਜੇ ਕਾਸ਼ਤ ਜਿਹੜੀ ਵਧਾਉਂਦੇ ਹੋਏ ਸਾਨੂੰ ਇਹਦੇ ਵਿੱਚ ਜ਼ਰੂਰ ਆਪਣਾ ਰੋਲ ਅਦਾ ਕਰਨਾ ਚਾਹੀਦਾ। ਸੋ ਪਿਆਰੇ ਕਿਸਾਨ ਵੀਰੋ ਤੇ ਭੈਣੋ, ਅੱਜ ਇਸ ਇਲਾਕੇ ਦੇ ਖੇਤੀ ਦੇ ਦਰਸ਼ਨ ਅਸੀਂ ਕੀਤੇ, ਜ਼ਿਲ੍ਹਾ ਜਲੰਧਰ ਦੇ ਵੀ ਖੇਤੀ ਦੇ ਦਰਸ਼ਨ ਸਾਨੂੰ ਕਰਾਏ। ਗੱਲ ਇਹ ਹੈ ਕਿ ਇਹ ਰਾਹ ਦਸੇਰੇ ਬਣ ਸਕਦੇ ਆ ਸਾਡੇ ਵਾਸਤੇ ਚਾਨਣ ਮੁਨਾਰਾ ਬਣ ਸਕਦੀਆਂ ਇਹ ਸੋਚਾਂ, ਜਿਹਨਾਂ ਸੋਚਾਂ 'ਤੇ ਖੜੇ ਹੋ ਕੇ ਆਪਾਂ ਖੇਤੀ ਨੂੰ ਅੱਗੇ ਲੈ ਕੇ ਜਾਣਾ। ਅੱਜ ਇਸ ਪਿੰਡ ਦੇ ਵਿੱਚ ਜੇ ਗੱਲ ਕਰੀਏ ਤੇ ਡੇਅਰੀ ਤੇ ਖੇਤੀ ਦਾ ਬੜਾ ਵਧੀਆ ਤਾਲਮੇਲ ਚੱਲਣ ਡਿਆ ਹੈ, ਔਰ ਪਿੰਡ ਦੇ ਲੋਕ ਇਕੱਠੇ ਮਿਲ ਕੇ, ਜਿਵੇਂ ਸਰਦਾਰ ਮਲੂਕ ਸਿੰਘ ਨੇ ਗੱਲ ਕੀਤੀ ਹੈ ਕਿ ਉਹਨਾਂ ਸਾਰੇ ਪਿੰਡ ਦੇ ਵਿੱਚ ਅਹਿਦ ਕੀਤਾ ਕਿ ਪਰਾਲ ਨੂੰ ਜ਼ਮੀਨ 'ਚ ਵਾਹ ਕੇ ਉਹਨਾਂ ਨੇ ਖੇਤੀ ਨੂੰ ਕਰਨਾ ਹੈ, ਔਰ ਖੇਤੀ ਦੀਆਂ ਰੌਣਕਾਂ ਜਿਹੜੀਆਂ ਨਜ਼ਰ ਆਉਣ ਡਈਆਂ, ਔਰ ਇਹ ਸੋਚ, ਇਹ ਖੁਸ਼ਬੂ ਬਾਕੀ ਇਲਾਕੇ ਦੇ ਵਿੱਚ ਵੀ ਫੈਲਣੀ ਚਾਹੀਦੀ ਏ। ਇਸ ਕਰਕੇ ਅਸੀਂ ਅੱਜ ਇਸ ਇਲਾਕੇ ਦੀ ਖੇਤੀ ਦੇ ਦਰਸ਼ਨ ਤੁਹਾਡੇ ਰੂਬਰੂ ਕੀਤੇ ਨੇ। ਸੋ ਅੱਜ ਬਹੁਤ ਧੰਨਵਾਦ ਡਾਕਟਰ ਸੁਰਿੰਦਰ ਸਿੰਘ ਜੀ ਦਾ, ਜਿਹੜੇ ਕਿ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫਸਰ ਨੇ, ਡਾਕਟਰ ਸੁਰਿੰਦਰ ਕੁਮਾਰ ਜੀ ਦਾ, ਜ਼ਿਲ੍ਹਾ ਕਿਸਾਨ ਸਿਖਲਾਈ ਅਫਸਰ, ਡਾਕਟਰ ਮਨਦੀਪ ਸਿੰਘ ਇਸ ਇਲਾਕੇ ਦੇ ਖੇਤੀਬਾੜੀ ਵਿਕਾਸ ਅਫਸਰ। ਬਹੁਤ ਬਹੁਤ ਮਿਹਰਬਾਨੀ ਇਹਨਾਂ ਕਿਸਾਨਾਂ ਦੇ ਵੀ। ਧੰਨਵਾਦ ਜੀ, ਸ਼ੁਕਰੀਆ ਜੀ।